नेड़े के दूर जिनी नाम ते आया गए मशक्कत काल नानक ते मुख उजले कहते छुटे नाल जिनी नाम ते आया गए मशक्कत काल नानक ते मुख उजले कहते छुटे नाल। वाहिगुरु जी का खालसा वाहिगुरु जी की फतेह। श्री वाहिगुरु जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद चक्र चहन अर बरन जात अर पात नहन जेहे रूप रंग अर रेख पेख को कह न सकत केहे अचल मूरत अनभव प्रकाश अमितोज कह जय कोट इंद्र इंद्राण साहे सहाण गण जय त्रे भवन महीप सुर नर असुर नेत नेत बन तृण कहत तब सर्ब नाम कथय कवन कर्म नाम बरनत सुमत कब खंड बेहंडं कल दल खंडं अतरण मंडं बरबंडं भुज दंड अखंडं तेज प्रचंडं ज्योतय मंडं भानु प्रभं सुख संताकरणं दुर्मत धरणं किल विख हरणं अस शरणं जय जय जग कारण श्रेष्ठ उभारण मम प्रतपारण जय ते गं जय ते गं। धन जियो तिह को जग मैं मुख ते नित रह जस नाव चढ़े भव सागर तारे धीरज धाम बनाए यह तन बुद्ध स्यों दीपक ज्यों जियारै ज्ञान की बढ़नी मनो हाथ लै का तुरता कुत बार बुहारै देह शिवा बर मोहे है शुभ कर्मन ते कबहू न टरो ना डरो अर सो जब जाए लरो निश्चय कर अपनी जीत करो
हर सिखो अपने ही मन को, हे लालच हो गुण तो उचरो। जब आव की अध निदान बनै, अत ही रण में तब जूझ मरो। जब आव की औध निदान बनै, हत ही रण में तब जूझ मरो। हम अवगुण भरे एक गुण नाही, अमृत छाड़ बिख बिख खाई। माया मोह परम पै, सुत दारा स्यों प्रीत लगाई। एक उत्तम पंथ सुन्यो गुर संगत, ते मिलंत जम त्रास मिटाई। एक अरदास पाठ कीरत की, गुर रामदास राखो। सो कहो टल गुर सेविया, अहनस सहज सुपहाए। दर्शन परसै गुरु कै, जन्म मरण दुख जाए। होवै सिफत खसंबंधी, ਨੂਰ ਅਰ ਸਹ ਕੁਰ ਸਹ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹੰਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾਂ। ਕਾਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਆਨ ਦਿਨ ਨਾਮ ਵਖਾਣਾ ਰਾਮ। ਅੰਮ੍ਰਿਤ ਬਾਣੀ ਉਚਰਾ। ਹਰ ਜਸ ਮੀਠਾ ਲਾਗੈ ਤੇਰਾ ਭਾਣਾ ਰਾਮ। ਕਾਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਆਨ ਦਿਨ ਨਾਮ ਵਖਾਣਾ ਰਾਮ। ਅੰਮ੍ਰਿਤ ਬਾਣੀ ਉਚਰਾ। ਹਰ ਜਸ ਮੀਠਾ ਲਾਗੈ ਤੇਰਾ ਭਾਣਾ ਰਾਮ। ਕਰ ਦਇਆ ਮਇਆ ਗੋਪਾਲ ਗੋਬਿੰਦ। ਕੋਏ ਨਾਹੀ ਤੁਝ ਬਿਨਾ। ਸਮਰੱਥ ਅਗਾਥ ਅਪਾਰ ਪੂਰਨ। ਜੀਉ ਤਨ ਧਨ ਤੁਮ ਮਨਾ। ਮੂਰਖ ਮੁਗਧ ਅਨਾਥ ਚੰਚਲ। ਬਲਹੀਨ ਨੀਚ ਅਰਾਣਾ। ਬਿਨਵੰਤ ਨਾਨਕ ਸਾਰਨ ਤੇਰੀ। ਰੱਖ ਲਿਓ ਆਵਣ ਜਾਣਾ। ਬਿਨ
ਬਿਨਵੰਤ ਨਾਨਕ ਸਾਰਨ ਤੇਰੀ ਰੱਖ ਲਿਓ ਆਵਣ ਜਾਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ, ਗੁਰ ਕਿਰਪਾਲ ਜਪੈ ਤਾਵ ਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਮਿਹਰਬਾਨ ਜਗਤ ਸਾਈਂ। ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਇਕੱਤਰ ਹੋਈ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਤਾ ਕਰ ਰਹੇ ਹੋ। ਅੱਜ ਟੁੱਟੀ ਗੰਢਣ ਦਾ ਦਿਨ ਹੈ। 40 ਮੁਕਤੇ ਅਰਦਾਸ ਵਿੱਚ ਜਿਨ੍ਹਾਂ ਨੂੰ ਅਸੀਂ ਨਿਤਾ ਪ੍ਰਤੀ ਸਿਮਰਦੇ ਹਾਂ, ਧਿਆਉਂਦੇ ਹਾਂ, ਚੇਤੇ ਕਰਦੇ ਹਾਂ। 40 ਮੁਕਤਿਆਂ ਦਾ ਸ਼ਹੀਦੀ ਦਿਹਾੜਾ ਹੈ। ਭਾਵੇਂ ਕਿ ਦਿਨ ਮਾਘੀ ਵਾਲੇ ਦਿਨ ਆਪਾਂ ਮਨਾਉਂਦੇ ਹਾਂ, ਮਾਘੀ ਦੀ ਸੰਕਰਾਂਤ ਨੂੰ 40 ਮੁਕਤਿਆਂ ਦੀ ਯਾਦ ਵਿੱਚ ਸਮਾਗਮ ਹੁੰਦੇ ਨੇ। ਸ੍ਰੀ ਮੁਕਤਸਰ ਸਾਹਿਬ ਵਿਖੇ ਬੜਾ ਵੱਡਾ ਜੋੜ ਮੇਲਾ ਹੁੰਦਾ, ਪਰ ਜਿਹੜਾ ਜੰਗ ਹੈ ਉਹ ਅੱਜ ਦੇ ਦਿਨ ਹੋਇਆ ਸੀ। ਮਾਘੀ ਵਾਲੇ ਦਿਨ ਇਸ ਕਰਕੇ ਮਨਾਇਆ ਜਾਂਦਾ ਹੈ ਕਿਉਂਕਿ ਉਹਨਾਂ ਵੇਲਿਆਂ 'ਚ ਮਾਲਵੇ ਦੇ ਇਲਾਕੇ 'ਚ ਪਾਣੀ ਨਹੀਂ ਸੀ ਹੁੰਦਾ। ਤੋ ਇਹਨਾਂ ਦਿਨਾਂ 'ਚ ਪਾਣੀ ਦੀ ਵੱਧ ਮੰਗ ਹੋਣ ਕਰਕੇ ਸਮੁੱਚੇ ਪੰਥ ਨੇ ਫੈਸਲਾ ਕੀਤਾ ਸੀ, ਸਾਡਿਆਂ ਵਡੇਰਿਆਂ ਨੇ, ਕਿ ਮਾਘੀ ਵਾਲੇ ਦਿਨ ਇਹ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਜਾਵੇ। ਨਾਲੇ ਮਾਘੀ ਦੇ ਵਾਲੇ ਦਿਨ ਲੋਕ ਇਲਾਹਾਬਾਦ ਆਦਿਕ ਤੀਰਥਾਂ ਤੇ ਨਹਾਉਂਦੇ ਐ, ਇਸ਼ਨਾਨ ਕਰਦੇ ਐ। ਗੁਰੂ ਕੇ ਸਿੱਖਾਂ ਵਾਸਤੇ ਸ੍ਰੀ ਮੁਕਤਸਰ ਸਾਹਿਬ ਸਰੋਵਰ ਤੋਂ ਉੱਤਮ ਤੀਰਥ ਕਿਹੜਾ ਹੈ ਕਿ ਮਾਘੀ ਵਾਲੇ ਦਿਨ ਗੁਰਸਿੱਖ ਇੱਥੇ ਆ ਕੇ ਚੁੱਭੇ ਲਾਉਣ, ਇਸ਼ਨਾਨ ਕਰਨ। ਮਾਝੇ ਦੇ ਸਿੱਖ ਇਕੱਠੇ ਹੋ ਕੇ ਕਲਗੀਧਰ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਰਨ ਵਿੱਚ ਆਏ। ਮਹਾਰਾਜ ਜੀ ਨੂੰ ਆ ਕੇ ਕਹਿਣ ਲੱਗੇ, ਕਲਗੀਧਰ ਜੀ ਤੁਸੀਂ ਹੁਣ ਔਰੰਗਜ਼ੇਬ ਬਾਦਸ਼ਾਹ ਨਾਲ ਜੰਗ ਯੁੱਧ ਛੱਡ ਦਿਓ। ਮਹਾਰਾਜ ਜੀ ਕਹਿਣ ਲੱਗੇ ਵੀ ਸਿੰਘੋ ਅਸੀਂ ਔਰੰਗਜ਼ੇਬ ਨਾਲ ਕਿਹੜਾ ਕਦੇ ਲੜਨ ਗਏ ਹਾਂ, ਉਹਦੀਆਂ ਫੌਜਾਂ ਆਉਂਦੀਆਂ ਤੇ ਮੁਕਾਬਲਾ ਕਰਦੇ ਹਾਂ। ਕਹਿਣ ਲੱਗੇ ਜੀ ਜਿਵੇਂ ਤੁਸੀਂ ਪਹਿਲਾਂ ਵੱਡੇ ਸਤਿਗੁਰੂ ਜੀ ਸ਼ਾਂਤ ਮਤੇ ਨਾਲ ਰਹਿੰਦੇ ਸੀ ਉੱਦਾਂ ਰਹਿਣਾ ਸ਼ੁਰੂ ਕਰ ਦਿਓ ਤੇ ਅਸੀਂ ਬਾਦਸ਼ਾਹ ਨਾਲ ਮੁਲਾਕਾਤ ਕਰਕੇ ਤੇ ਤੁਹਾਡੀ ਬਾਦਸ਼ਾਹ ਨਾਲ ਸਾਂਝ ਪਵਾ ਦਿੰਨੇ ਆ। ਬਾਦਸ਼ਾਹ ਨਾਲ ਮਿਲ ਕੇ ਤੁਹਾਡਾ ਰਾਜੀਨਾਮਾ ਕਰਾ ਦਿੰਨੇ ਵੀ ਇਹ ਲੜਾਈ ਮੁੱਕ ਜਾਏ, ਝਗੜਾ ਮੁੱਕ ਜਾਏ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਵੀ ਤੁਸੀਂ ਅੱਜ ਆਏ ਹੋ ਸਾਡਾ ਰਾਜੀਨਾਮਾ ਕਰਾਉਣ, ਤੁਸੀਂ ਉਦੋਂ ਕਿੱਥੇ ਸੀ ਜਦੋਂ ਸਾਡੇ ਪਿਤਾ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕਰ ਰਹੇ ਸੀ? ਤੁਸੀਂ ਉਦੋਂ ਕਿਉਂ ਨਾ ਜਾ ਕੇ ਪਹਿਲਾਂ ਰਾਜੀਨਾਮਾ ਕੀਤਾ? ਤੁਸੀਂ ਉਦੋਂ ਕਿੱਥੇ ਸੀ ਜਦੋਂ 7 ਸਾਲ ਤੇ 9 ਸਾਲ ਦੇ ਸਾਡੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕੀਤਾ ਜਾ ਰਿਹਾ ਸੀ? ਤੁਸੀਂ ਉਦੋਂ ਰਾਜੀਨਾਮਾ ਕਿਉਂ ਨਾ ਕਰਾਇਆ? ਹੁਣ ਤੁਸੀਂ ਕਹਿੰਦੇ ਹੋ ਸਾਡਾ ਰਾਜੀਨਾਮਾ ਕਰਾਉਣਾ।
ਸੱਚ ਤੇ ਝੂਠ ਦਾ ਕਦੇ ਮੇਲ ਨਹੀਂ ਹੋ ਸਕਦਾ, ਦਿਨ ਤੇ ਰਾਤ ਕਦੇ ਮਿਲ ਨਹੀਂ ਸਕਦੇ। ਕਹਿਣ ਲੱਗੇ ਜੀ ਫਿਰ ਅਸੀਂ ਤੁਹਾਡੀ ਸਿੱਖੀ ਧਾਰਨ ਨਹੀਂ ਕਰ ਸਕਦੇ। ਮਹਾਰਾਜ ਜੀ ਕਹਿੰਦੇ ਫਿਰ ਜਾਓ, ਲਿਖ ਦਿਓ ਵਿਦਾਵਾ ਕਿ ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਇਹਨਾਂ ਨੇ ਝੱਟ ਵਿਦਾਵਾ ਲਿਖ ਦਿੱਤਾ। ਜਦੋਂ ਵਾਪਸ ਗਏ, ਮਾਈ ਭਾਗੋ, ਭਾਈ ਮਾਨ ਸਿੰਘ ਵਰਗੇ ਜਿਹੜੇ ਸਿੰਘ ਸਨ, ਉਹਨਾਂ ਆਖਿਆ ਇਹ ਤਾਂ ਗਲਤ ਫੈਸਲਾ ਹੋ ਗਿਆ। ਇਹ ਪੰਚਾਇਤਾਂ ਸਨ ਮਾਝੇ ਦੀਆਂ ਆਈਆਂ ਤੇ ਮਾਝਾ ਸਿੱਖੀ ਤੋਂ ਖਾਰਜ ਹੋ ਗਿਆ। ਭਾਈ ਮਾਨ ਸਿੰਘ ਤੇ ਮਾਈ ਭਾਗੋ ਤੇ 40 ਸਿੰਘ ਸਤਿਗੁਰਾਂ ਵੱਲ ਵਾਪਸ ਪਰਤੇ। ਜਦੋਂ ਵਾਪਸ ਪਰਤ ਰਹੇ ਸੀ ਤੇ ਇਧਰੋਂ ਵਜ਼ੀਰ ਖਾਨ ਸੂਬਾ ਸਰਹੰਦ ਮਲੇਰਕੋਟਲੀਏ ਨਵਾਬ ਨੂੰ ਨਾਲ ਲੈ ਕੇ ਬਹੁਤ ਸਾਰੀ ਵੱਡੀ ਫੌਜ ਲੈ ਕੇ ਕਲਗੀਧਰ ਤੇ ਹਮਲਾ ਕਰਨ ਵਾਸਤੇ ਚੜਿਆ। ਕੋਟਕਪੂਰੇ ਦਾ ਜਿਹੜਾ ਚੌਧਰੀ ਸੀ ਕਪੂਰਾ, ਉਹਨੂੰ ਆਪਣੇ ਨਾਲ ਰਲਾ ਲਿਆ ਵੀ ਤੂੰ ਸਾਨੂੰ ਰਸਤਾ ਦੱਸ ਵੀ ਗੁਰੂ ਜੀ ਕਿੱਧਰ ਗਏ ਨੇ। ਕਪੂਰਾ ਭਾਵੇਂ ਗੁਰੂ ਘਰ ਨਾਲ ਸਾਂਝ ਰੱਖਦਾ ਸੀ ਪਰ ਤੁਰਕਾਂ ਨਾਲ ਵੀ ਉਹਦਾ ਸਹਿਚਾਰ ਸੀ, ਚੌਧਰੀ ਸੀ ਕੋਟਕਪੂਰੇ ਦਾ। ਇਹ ਵਜ਼ੀਰ ਖਾਨ ਤੇ ਉਹਨਾਂ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਪਿੱਛੇ ਚੱਲ ਪਏ। ਰਸਤੇ ਵਿੱਚ ਭਾਈ ਮਾਨ ਸਿੰਘ ਜੀ ਨੇ ਵੇਖਿਆ ਕਿ ਦੁਸ਼ਮਣਾਂ ਦੀ ਫੌਜ ਆਉਂਦੀ ਹੈ, ਕਲਗੀਧਰ ਜੀ ਅੱਗੇ ਨੇ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਦੁਸ਼ਮਣ ਦੇ ਸਾਹਮਣੇ ਖਲੋ ਕੇ ਢਾਲ ਬਣ ਕੇ ਵੈਰੀ ਨੂੰ ਰੋਕੀਏ ਤੇ ਵੈਰੀ ਨਾਲ ਲੋਹਾ ਲੈਂਦਿਆਂ ਸ਼ਹੀਦੀਆਂ ਪਾ ਜਾਈਏ, ਇਹਨਾਂ ਨੂੰ ਮਹਾਰਾਜ ਜੀ ਤੱਕ ਨਾ ਪਹੁੰਚਣ ਦੇਈਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਦੋਂ ਟਿੱਬੀ ਸਾਹਿਬ ਬੈਠੇ ਸਨ। ਸਿੰਘਾਂ ਨੇ ਗੁਰਮਤਾ ਕੀਤਾ, ਜਿਹੜੀ ਖਿਦਰਾਣੇ ਦੀ ਢਾਬ ਸੀ, ਜਿਹਨੂੰ ਅੱਜ ਕੱਲ੍ਹ ਆਪਾਂ ਸ੍ਰੀ ਮੁਕਤਸਰ ਸਰੋਵਰ ਕਹਿੰਦੇ ਹਾਂ, ਖਿਦਰਾਣੇ ਦੀ ਢਾਬ ਦੇ ਕੋਲ ਭਾਈ ਮਾਨ ਸਿੰਘ ਹੋਣਾ ਨੇ ਜਿਹੜੇ ਉਹਨਾਂ ਦੇ ਬਸਤਰ ਸਨ, ਕਛਹਿਰੇ, ਚਾਦਰੇ, ਉਹ ਝਾੜਾਂ ਤੇ ਪਾ ਦਿੱਤੇ ਵੀ ਦੂਰੋਂ ਦੁਸ਼ਮਣ ਨੂੰ ਭੁਲੇਖਾ ਦੇਣ ਵਾਸਤੇ ਵੀ ਫੌਜ ਬਹੁਤ ਜ਼ਿਆਦਾ, ਤੰਬੂ ਲੱਗੇ ਹੋਏ ਨੇ। ਵਜ਼ੀਰ ਖਾਨ ਨੇ ਵੇਖਿਆ ਵੀ ਅੱਗੇ ਤਾਂ ਫੌਜਾਂ ਬੜੀਆਂ ਉਤਰੀਆਂ ਜਾਪਦੀਆਂ, ਤੰਬੂ ਲੱਗੇ ਨੇ। ਇਧਰ ਸਿੰਘ ਖਿਦਰਾਣੇ ਦੀ ਜਿਹੜੀ ਢਾਬ ਡੂੰਘੀ ਸੀ, ਉਹਦੀ ਕੰਧ ਦਾ ਮੋਰਚਾ ਲਾ ਕੇ ਥੱਲੇ ਗੁਪਤ ਹੋ ਕੇ ਬੈਠ ਗਏ ਕਿ ਵੈਰੀ ਉਧਰ ਤੰਬੂਆਂ ਵਾਲੇ ਪਾਸੇ ਹਮਲਾ ਕਰੇਗਾ, ਅਸੀਂ ਇਧਰੋਂ ਹੱਲਾ ਬੋਲ ਦਿਆਂਗੇ। ਜੰਗ ਦੀ ਬੜੀ ਵਿਉਂਤਬੰਦੀ ਕਰਕੇ ਭਾਈ ਮਾਨ ਸਿੰਘ ਹੋਣੀ ਸਾਰੇ ਸੱਜ ਗਏ। ਉਧਰੋਂ ਜਦੋਂ ਦੁਸ਼ਮਣ ਆਏ, ਉਹ ਹੁਣ ਉਧਰ ਜਿੱਧਰ ਕੱਪੜੇ ਪਾਏ ਸਨ ਉਸ ਪਾਸੇ ਭੱਜਣ ਲੱਗੇ। ਇਧਰੋਂ ਸਿੰਘਾਂ ਨੇ ਦੂਜੇ ਪਾਸਿਓਂ ਹੱਲਾ ਬੋਲ ਦਿੱਤਾ। ਕਲਗੀਧਰ ਸਵਾਮੀ ਜੀ ਨੂੰ ਪਤਾ ਲੱਗਾ ਵੀ ਇਹ ਭਾਈ ਦੁਸ਼ਮਣ ਨੂੰ ਰੋਕ ਕੇ ਕੌਣ ਖੜਾ ਹੈ। ਸਿੰਘਾਂ ਨੇ ਦੱਸਿਆ ਮਹਾਰਾਜ ਮਾਝੇ ਦੇ ਸਿੰਘ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਤੀਰ ਉੱਥੋਂ ਹੀ ਚਲਾਏ। ਅਨੇਕਾਂ ਵੈਰੀਆਂ ਦੀਆਂ ਛਾਤੀਆਂ ਪਾਤਸ਼ਾਹ ਨੇ ਵਿੰਨ ਦਿੱਤੀਆਂ। ਭਾਈ ਮਾਨ ਸਿੰਘ ਹੋਣੀ 40 ਸਿੰਘ ਮਾਈ ਭਾਗੋ ਦੇ ਸਮੇਤ ਇਤਨੀ ਬਹਾਦਰੀ, ਇਤਨੀ ਦਲੇਰੀ ਨਾਲ ਲੜੇ ਕਿ ਵੈਰੀਆਂ ਦੇ ਆਹੂ ਲਾ ਕੇ ਸੁੱਟ ਦਿੱਤੇ। ਦੁਸ਼ਮਣ ਗਰਮੀ ਸੀ, ਪਿਆਸ ਨਾਲ ਬੇਬਲ ਹੋ ਗਏ, ਪਾਣੀ ਨਾ ਮਿਲੇ। ਵਜ਼ੀਰ ਖਾਨ ਕਪੂਰੇ ਨੂੰ ਪੁੱਛਦਾ, ਕਪੂਰਿਆ ਪਾਣੀ ਕਿੰਨੀ ਕੁ ਦੂਰੀ ਤੇ ਮਿਲੇਗਾ? ਕਪੂਰੇ ਨੇ ਇੱਥੇ ਜੁਗਤੀ ਵਰਤੀ ਕਿਉਂਕਿ ਗੁਰੂ ਘਰ ਨਾਲ ਵੀ ਪ੍ਰੇਮ ਸੀ। ਕਹਿਣ ਲੱਗਾ ਜੇ ਅੱਗੇ ਨੂੰ ਜਾਓਗੇ ਤੇ 12 ਕੋਹ ਤੇ ਮਿਲੇਗਾ, ਜੇ ਪਿੱਛੇ ਨੂੰ ਜਾਓਗੇ ਤੇ 4 ਕੋਹ ਤੇ ਹੀ ਮਿਲ ਜਾਏਗਾ। ਵਜ਼ੀਰ ਖਾਨ ਕਹਿਣ ਲੱਗਾ ਚਲੋ ਪਿੱਛੇ ਹੀ ਟੁਰ ਚੱਲੀਏ, ਅੱਗੇ ਜਾਵਾਂਗੇ, ਗੁਰੂ ਨੂੰ ਖਬਰੇ ਅਸੀਂ ਜੰਗ ਦੇ ਮੈਦਾਨ 'ਚ ਪਕੜੀਏ ਜਾਂ ਨਾ ਪਕੜੀਏ, ਅਸੀਂ ਤਾਂ ਮਾਰੇ ਜਾਵਾਂਗੇ ਪਿਆਸ ਨਾਲ। ਵਜ਼ੀਰ ਖਾਨ ਨੇ ਆਪਣੀ ਫੌਜ ਉੱਥੋਂ ਵਾਪਸ ਮੋੜ ਲਈ, ਪਰਤਾ ਲਈ। ਉਧਰੋਂ ਕਲਗੀਧਰ ਸਵਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਟਿੱਬੀ ਤੋਂ ਥੱਲੇ ਆਏ। ਗਰੀਬ ਨਵਾਜ ਪਾਤਸ਼ਾਹ ਖਿਦਰਾਣੇ ਦੀ ਢਾਬ ਤੇ ਪਹੁੰਚੇ। ਖਿਦਰਾਣੇ ਦੀ ਢਾਬ ਦੇ ਕੰਢੇ ਤੇ ਆਪਣੇ ਸਿੰਘਾਂ ਨੂੰ ਸ਼ਹੀਦ ਪਿਆ ਵੇਖਿਆ
ਖਿਦਰਾਣੇ ਦੀ ਢਾਬ ਤੋਂ ਜਿੰਨੇ ਜਿੰਨੇ ਕਦਮ ਵੱਧ ਕੇ ਉਹ ਸਿੰਘ ਲੜ ਕੇ ਸ਼ਹੀਦੀਆਂ ਪਾ ਗਏ ਸਨ। ਪਾਤਸ਼ਾਹ ਜੀ ਢਾਬ ਤੋਂ ਇੱਕ ਇੱਕ ਕਦਮ ਉਹਨਾਂ ਦਾ ਗਿਣਦੇ ਨੇ। ਜੇ ਕੋਈ 5 ਕਦਮ ਵੱਧ ਕੇ ਅੱਗੇ ਲੜ ਕੇ ਸ਼ਹੀਦ ਹੋਇਆ ਹੈ ਤਾਂ ਮਹਾਰਾਜ ਜੀ ਕਹਿੰਦੇ ਮੇਰਾ 5000 ਜਰਨੈਲ ਹੈ। ਜੇ ਕੋਈ 10 ਕਦਮ ਵੱਧ ਕੇ ਸ਼ਹੀਦ ਹੋਇਆ ਤਾਂ ਉਹਨੂੰ ਕਹਿੰਦੇ ਮੇਰਾ 10,000 ਜਰਨੈਲ ਹੈ। ਜੇ ਕੋਈ 30 ਕਦਮ ਤਾਂ ਉਹਨੂੰ ਕਹਿੰਦੇ ਮੇਰਾ 30,000 ਜਰਨੈਲ ਹੈ। ਇਦਾਂ ਪਾਤਸ਼ਾਹ ਆਪਣੇ ਸਿੰਘਾਂ ਨੂੰ ਰੁਤਬੇ ਦੇ ਰਹੇ ਨੇ, ਜਥੇਦਾਰੀਆਂ ਦੇ ਰਹੇ ਨੇ। ਖਾਲਸਾ ਜੀ ਉਹੀਓ ਸਨ ਬਾਬਾ ਸ਼ਾਮ ਸਿੰਘ ਜੀ ਅਟਾਰੀ ਵਾਲੇ, ਹਰੀ ਸਿੰਘ ਨਲੂਏ ਵਰਗੇ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਵਰਗੇ। ਇਹ ਖਾਲਸਾ ਜੀ ਮੁੜ ਮੁੜ ਕੇ ਸ਼ਹੀਦ ਉਹੀ ਆਉਂਦੇ ਹੈ। ਜਥੇਦਾਰ ਬਾਬਾ ਫੂਲਾ ਸਿੰਘ ਜੀ ਵਰਗੇ, ਹਨੂਮਾਨ ਸਿੰਘ ਜੀ ਵਰਗੇ ਯੋਧੇ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਵਡਿਆਈਆਂ ਦਿੱਤੀਆਂ ਸਨ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਚਲਦੇ ਚਲਦੇ ਭਾਈ ਮਾਹ ਸਿੰਘ ਜੀ ਪਾਸ ਪਹੁੰਚੇ ਤੇ ਭਾਈ ਮਾਹ ਸਿੰਘ ਜੀ ਸਿਸਕੀਆਂ ਲੈ ਰਹੇ ਸੀ। ਹਾਲੇ ਸਰੀਰ ਚੋਂ ਪ੍ਰਾਣ ਨਹੀਂ ਸਨ ਨਿਕਲੇ। ਭਾਈ ਮਾਹ ਸਿੰਘ ਦਾ ਸੀਸ ਆਪਣੇ ਗੋਡੇ ਤੇ ਧਰ ਕੇ ਗੁਰਦੇਵ ਨੇ ਆਪਣੇ ਪੱਲੂ ਨਾਲ ਭਾਈ ਮਾਹ ਸਿੰਘ ਦਾ ਚਿਹਰਾ ਪੂੰਝਿਆ, ਮੁਖ ਵਿੱਚ ਜਲ ਪਾਇਆ। ਭਾਈ ਮਾਹ ਸਿੰਘ ਨੇ ਨੇਤਰ ਖੋਲੇ ਨੇ, ਸਨਮੁਖ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ। ਗਰੀਬ ਨਵਾਜ ਕਿਰਪਾ ਕਰੋ ਰੱਖ ਲਓ। ਮਹਾਰਾਜ ਜੀ ਕਹਿੰਦੇ ਮਾਹ ਸਿੰਘ ਮੰਗ ਕੀ ਚਾਹੀਦਾ ਹੈ? ਕੋਈ ਵਸਤੂ ਅਦੇ ਨਹੀਂ ਸਾਡੇ ਕੋਲ ਜੋ ਨਾ ਦੇ ਸਕੀਏ, ਦੱਸੋ ਕੀ ਚਾਹੀਦਾ ਹੈ? ਭਾਈ ਮਾਹ ਸਿੰਘ ਜੀ ਕਹਿਣ ਲੱਗੇ ਜੀ ਮਾਝੇ ਦੀ ਸਿੱਖੀ ਰੱਖ ਲਓ। ਜਿਹੜੇ ਮਾਝੇ ਦੇ ਸਿੱਖ ਪੰਚਾਇਤਾਂ ਇਕੱਠੀਆਂ ਹੋ ਕੇ ਤੁਹਾਨੂੰ ਵਿਦਾਵਾ ਲਿਖ ਕੇ ਦੇ ਗਏ ਨੇ, ਆਪ ਜੀ ਕਿਰਪਾ ਕਰਕੇ ਵਿਦਾਵਾ ਪਾੜ ਦਿਓ। ਖਾਲਸਾ ਜਿਹੜਾ ਵਿਦਾਵਾ ਲਿਖ ਕੇ ਦਿੱਤਾ ਸੀ, ਰਾਮੇਆਣਾ ਨਗਰ ਹੈ ਇੱਧਰ ਮਾਲਵੇ 'ਚ, ਉੱਥੇ ਇਹਨਾਂ ਨੇ ਵਿਦਾਵਾ ਦਿੱਤਾ ਸੀ ਸਤਿਗੁਰਾਂ। ਮਹਾਰਾਜ ਜੀ ਕਿਰਪਾ ਕਰੋ ਵਿਦਾਵਾ ਪਾੜ ਦਿਓ। ਸਤਿਗੁਰੂ ਜੀ ਕਹਿੰਦੇ ਮਾਹ ਸਿੰਘ ਕੁਝ ਹੋਰ ਮੰਗ ਲੈ, ਆਪਣੇ ਵਾਸਤੇ ਮੰਗ ਲੈ। ਮਾਹ ਸਿੰਘ ਜੀ ਕਹਿੰਦੇ ਨਹੀਂ ਮਹਾਰਾਜ ਕਿਰਪਾ ਕਰੋ ਮਾਝੇ ਦੀ ਸਿੱਖੀ ਰੱਖ ਲਓ, ਦਇਆ ਕਰਕੇ ਸਾਡੀ ਟੁੱਟੀ ਗੰਢ ਲਓ ਮਹਾਰਾਜ, ਵਿਦਾਵਾ ਪਾੜ ਦਿਓ। ਤਿੰਨੇ ਵੇਰੀ ਮਹਾਰਾਜ ਜੀ ਕੋਲੋਂ ਇਹੋ ਹੀ ਮੰਗ ਕੀਤੀ। ਕਮਰ ਕੱਸੇ ਚੋਂ ਸਤਿਗੁਰਾਂ ਨੇ ਵਿਦਾਵਾ ਕੱਢਿਆ। ਭਾਈ ਮਾਹ ਸਿੰਘ ਜੀ ਦੇ ਨੇਤਰਾਂ ਦੇ ਸਾਹਮਣੇ ਪਾਤਸ਼ਾਹ ਨੇ ਵਿਦਾਵਾ ਪਾੜਿਆ। ਵਿਦਾਵਾ ਪਾੜ ਕੇ ਆਖਿਆ ਮਾਹ ਸਿਆ ਤੈਂ ਮਾਝੇ ਦੀ ਸਿੱਖੀ ਰੱਖ ਲਈ ਹੈ, ਜਿਵੇਂ ਮਾਲਵੇ ਦੀ ਸਿੱਖੀ ਭਾਈ ਦਾਨ ਸਿੰਘ ਨੇ ਰੱਖੀ ਹੈ, ਇਉਂ ਮਾਝੇ ਦੀ ਸਿੱਖੀ ਭਾਈ ਸਾਹਿਬ ਭਾਈ ਮਾਹ ਸਿੰਘ ਜੀ ਤੁਸਾਂ ਨੇ ਰੱਖ ਲਈ ਹੈ। ਭਾਈ ਮਾਹ ਸਿੰਘ ਜੀ ਸੁਰਖਰੂ ਹੋ ਕੇ ਗੁਰੂ ਕਲਗੀਧਰ ਦੀ ਗੋਦ ਵਿੱਚ ਹੀ ਆਪਣਾ ਸਰੀਰ ਤਿਆਗਿਆ ਔਰ ਸੱਚਖੰਡ ਗਮਨ ਕਰ ਗਏ। 40 ਸਿੰਘਾਂ ਦੇ ਪਾਵਨ ਸਰੀਰ ਇਕੱਤਰ ਕਰਕੇ ਇੱਕੋ ਅੰਗੀਠਾ ਤਿਆਰ ਕਰਕੇ ਸ੍ਰੀ ਮੁਕਤਸਰ ਸਾਹਿਬ ਵਾਲੇ ਸਥਾਨ ਤੇ ਗਰੀਬ ਨਵਾਜ ਪਾਤਸ਼ਾਹ ਨੇ ਆਪ ਆਪਣੇ ਹੱਥੀਂ 40 ਸਿੰਘਾਂ ਦਾ ਅੰਤਮ ਸੰਸਕਾਰ ਕੀਤਾ। ਖਿਦਰਾਣੇ ਦੀ ਢਾਬ ਤੇ ਖਲੋ ਕੇ ਗੁਰਦੇਵ ਨੇ ਬਚਨ ਕੀਤਾ, ਕਿਤੇ ਇੱਕ ਬੰਦਾ ਮੁਕਤ ਹੋਇਆ ਹੋਵੇ, ਉਹ ਥਾਨ ਉਹ ਜਗ੍ਹਾ ਮੁਕਤੀ ਵਾਲੀ ਬਣ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਇੱਥੇ ਮੇਰੇ 40 ਸਿੰਘ ਲੜ ਕੇ ਮੁਕਤ ਹੋਏ ਨੇ। ਅੱਜ ਤੋਂ ਬਾਅਦ ਇਸ ਖਿਦਰਾਣੇ ਦੀ ਢਾਬ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਹੋਵੇਗਾ। ਜਿਹੜਾ ਮਾਈ ਭਾਈ ਆ ਕੇ ਇਸ ਪਾਵਨ ਸਰੋਵਰ ਵਿੱਚ ਸ਼ਰਧਾ ਭਾਵਨਾ ਸਹਿਤ ਗੁਰਬਾਣੀ ਨਾਲ ਜੁੜ ਕੇ 40 ਮੁਕਤਿਆਂ ਨੂੰ ਚੇਤੇ ਕਰਕੇ ਇਸ਼ਨਾਨ ਕਰੇਗਾ, ਉਸ ਨੂੰ ਮੁਕਤੀ ਦਾ ਦਾਨ ਪ੍ਰਾਪਤ ਹੋਵੇਗਾ। ਇੱਥੇ ਸदैवी ਕਾਲ ਵਾਸਤੇ ਮੁਕਤੀ ਦਾ ਸਦਾ ਵਰਤ ਲੰਗਰ ਅਸਾਂ ਨੇ ਲਾ ਦਿੱਤਾ ਹੈ। ਇਹ ਵਰ ਮਹਾਰਾਜ ਗੁਰੂ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਬਖਸ਼ਿਸ਼ ਕੀਤੇ। ਦਇਆਨੰਦ ਸਵਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਟੁੱਟੀ ਗੰਢੀ, ਉਹਨਾਂ 40 ਮੁਕਤਿਆਂ ਦੀ ਸ਼ਹੀਦੀ ਦਾ ਇਹ ਦਿਨ ਹੈ। ਖਾਲਸਾ ਜੀ ਇਹੀ 40 ਮੁਕਤੇ ਬੀਜ ਰੱਖਿਆ ਮਹਾਰਾਜ ਜੀ ਨੇ ਖਾਲਸੇ ਪੰਥ ਦਾ। ਜਿਹੜੇ 40 ਮੁਕਤੇ ਆ ਨਾ, ਇਹ 40 ਮੁਕਤੇ ਮਹਾਰਾਜ ਜੀ ਨੇ ਪੰਥ ਦਾ ਬੀਜ ਰੱਖਿਆ ਸੱਚਖੰਡ 'ਚ ਸਾਂਭ ਕੇ। ਕਲਗੀਧਰ ਜੀ ਨੇ ਬਚਨ ਲਿਖੇ ਨੇ ਸ੍ਰੀ ਸਰਬਲੋ ਗ੍ਰੰਥ ਵਿੱਚ,
ਮਹਾਰਾਜ ਜੀ ਕਹਿੰਦੇ 40 ਨਰ ਇਹ ਬੀਜ ਖਾਲਸਾ ਮੁਕਤੇ ਪਾਵਨ ਸਿੰਘ ਬਲੀ। ਇਹ ਜਿਹੜੇ 40 ਸਿੰਘ ਨੇ ਇਹ 40 ਮੁਕਤੇ ਨੇ, ਪੰਥ ਦਾ ਬੀਜ ਹੈ ਜਿਹੜਾ ਮੈਂ ਸੱਚਖੰਡ ਦੇ ਵਿੱਚ ਸਾਂਭ ਕੇ ਰੱਖਿਆ ਹੋਇਆ। ਹੁਣ ਜਿਸ ਫਸਲ ਦਾ ਬੀਜ ਸਾਂਭ ਕੇ ਰੱਖਿਆ ਹੋਵੇ ਉਹ ਫਸਲ ਨਸ਼ਟ ਵੀ ਹੋ ਜੇ, ਬੀਜ ਹੁੰਦਾ ਤੇ ਫਿਰ ਉੱਗ ਸਕਦੀ ਹੈ। ਜਦੋਂ ਕਿਤੇ ਪੰਥ ਤੇ ਬਹੁਤ ਵਿਪਤਾ ਦਾ ਸਮਾਂ ਆਉਂਦਾ ਮਹਾਰਾਜ ਉਹਨਾਂ 40 ਚੋਂ ਇੱਕ ਭੇਜਦੇ ਐ, ਪੰਥ ਦੀ ਚੜ੍ਹਦੀ ਕਲਾ ਕਰਕੇ ਉਹ ਮੁੜ ਕੇ ਫਿਰ 40 ਚ ਜਾ ਪਹੁੰਚਦਾ ਹੈ। ਤੋ ਇਹ 40 ਮੁਕਤੇ ਖਾਲਸੇ ਪੰਥ ਦਾ ਬੀਜ ਹਨ। ਇਸੇ ਕਰਕੇ 40 ਮੁਕਤਿਆਂ ਦਾ ਧਿਆਨ ਅਸੀਂ ਨਿਤਾ ਪ੍ਰਤੀ ਅਰਦਾਸ ਵਿੱਚ ਧਾਰਦੇ ਹਾਂ ਔਰ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦੇ ਹਾਂ। ਸਾਹਿਬ ਜੀ ਦੇ 40 ਮੁਕਤਿਆਂ ਦੀ ਸ਼ਹਾਦਤ ਨੂੰ ਕੋਟि ਕੋਟि ਪ੍ਰਣਾਮ ਹੈ, ਨਮਸਕਾਰ ਹੈ। ਗੁਰੂ ਚਰਨਾਂ ਵਿੱਚ ਰਜੋਈ ਤੇ ਅਰਦਾਸ ਹੈ, ਹੇ ਦਇਆਨਿਧ ਸੁਆਮੀ ਕਿਰਪਾ ਕਰੋ, ਦਇਆ ਕਰਕੇ ਸਾਡੀ ਟੁੱਟੀ ਗੰਢ ਲਓ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ੋ। ਮਾਈ ਭਾਗੋ ਜੀ ਸਖਤ ਜ਼ਖਮੀ ਸਨ ਇਸੇ ਜੰਗ ਵਿੱਚ, ਉਹਨਾਂ ਤੇ ਦਇਆ ਦ੍ਰਿਸ਼ਟੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਈ ਭਾਗੋ ਦੇ ਅੰਦਰ ਦੀ ਭਾਵਨਾ ਪੂਰਨ ਕਰਦਿਆਂ ਪਰਮਹੰਸ ਅਵਸਥਾ ਦੀ ਦਾਤ ਪ੍ਰਦਾਨ ਕੀਤੀ। ਇਹ ਬਖਸ਼ਿਸ਼ਾਂ ਗਰੀਬ ਨਵਾਜ ਪਾਤਸ਼ਾਹ ਨੇ ਬਖਸ਼ੀਆਂ। ਗੁਰਦੇਵ ਦੇ ਮਹਾਨ ਸ਼ਹੀਦਾਂ ਦੇ ਚਰਨਾਂ ਵਿੱਚ ਕੋਟि ਕੋਟि ਪ੍ਰਣਾਮ ਹੈ, ਨਮਸਕਾਰ ਹੈ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨ ਕਮਲਾਂ ਦਾ ਧਿਆਨ ਹਿਰਦਿਆਂ 'ਚ ਵਸਾਈਏ। ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾਂ। ਕਾਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਅਨ ਦਿਨ ਨਾਮ ਵਖਾਣਾ ਰਾਮ। ਬਿਹਾਗੜਾ ਰਾਗ ਹੈ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਹੇ ਗੁਰੂ ਪਾਰ ਬ੍ਰਹਮ ਜੀ, ਇੱਕ ਗੱਲ ਆਪਣੇ ਹਿਰਦੇ ਵਿੱਚ ਹਮੇਸ਼ਾ ਪ੍ਰਪੱਕ ਕਰਕੇ ਧਾਰਨ ਕਰਨੀ ਹੈ। ਗੁਰੂ ਤੇ ਪਾਰ ਬ੍ਰਹਮ ਪਰਮੇਸ਼ਰ ਵਿੱਚ ਕਦੇ ਵੀ ਭੇਦ ਨਹੀਂ ਸਮਝਣਾ। ਗੁਰੂ ਤੇ ਪਰਮੇਸ਼ਰ ਵਿੱਚ ਗੁਰੂ ਪਾਰ ਬ੍ਰਹਮ ਪਰਮੇਸ਼ਵਰ ਹੈ, ਗੁਰੂ ਅਕਾਲ ਪੁਰਖ ਹੈ। ਅਕਾਲ ਪੁਰਖ ਹੀ ਗੁਰੂ ਹੈ, ਗੁਰੂ ਹੀ ਅਕਾਲ ਪੁਰਖ ਹੈ। ਕਦੇ ਫਰਕ ਨਹੀਂ ਸਮਝਣਾ ਸਿੱਖ ਨੇ। ਇੱਥੇ ਮਹਾਰਾਜ ਜੀ ਨੇ ਫਰਕ ਮਿਟਾ ਹੀ ਦਿੱਤਾ ਜਦੋਂ ਆਖਿਆ ਗੁਰ ਪਾਰ ਬ੍ਰਹਮ ਪੂਰੇ। ਹੇ ਪਾਰ ਬ੍ਰਹਮ ਪੂਰੇ ਗੁਰੂ ਜੀ, ਜਨਮ ਸਾਖੀ ਵਿੱਚ ਬਚਨ ਆਉਂਦਾ। ਅਕਾਲ ਪੁਰਖ ਜੀ ਕਹਿੰਦੇ ਮੈਂ ਨਿਰੰਕਾਰ, ਤੁਸੀਂ ਨਾਨਕ ਨਿਰੰਕਾਰ। ਤੁਹਾਡੇ ਵਿੱਚ ਤੇ ਮੇਰੇ 'ਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਹੇ ਗੁਰੂ ਪਾਰ ਬ੍ਰਹਮ ਪੂਰੇ ਸਾਹਿਬ ਜੀ, ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਤਰਸ ਕਰੋ, ਸਾਡੇ ਤੇ ਦਇਆ ਕਰੋ।
ਕਿ ਅਸੀਂ ਰਾਤ ਦਿਨ 8 ਪਹਿਰ ਤੁਹਾਡੇ ਅੰਮ੍ਰਿਤ ਨਾਮ ਨੂੰ ਆਪਣੀ ਰਸਨਾ ਤੋਂ ਜਪੀਏ। ਅਨ ਦਿਨ ਸ਼ਬਦ ਦਾ ਮਤਲਬ ਹੁੰਦਾ ਵੀ ਰਾਤ ਦਿਨ। ਅਨ ਦਾ ਅਰਥ ਕਰਾਂਗੇ ਰਾਤ, ਦਿਨ, ਅਨ ਦਿਨ, ਰਾਤ ਦਿਨ, 8 ਪਹਿਰ ਨਿਰੰਤਰ ਇੱਕ ਰਸ। ਮਹਾਰਾਜ ਜੀ ਤੁਹਾਡੇ ਅੰਮ੍ਰਿਤਮਈ ਨਾਮ ਨੂੰ ਆਪਣੀ ਰਸਨਾ ਤੋਂ ਬਖਾਣੀਏ। ਇਹ ਕਿਰਪਾ, ਇਹ ਦਇਆ, ਇਹ ਤਰਸ ਹੈ ਪਾਰ ਬ੍ਰਹਮ ਗੁਰੂ ਜੀ ਸਾਡੇ ਤੇ ਕਰੋ। ਤੁਹਾਡੇ ਚਰਨਾਂ 'ਚ ਇਹੋ ਮੰਗ ਮੰਗਦੇ ਹਾਂ। हे ਗੁਰੂ ਪਾਰ ਬ੍ਰਹਮ, ਅਸੀਂ ਆਪ ਜੀ ਦੇ ਦਿੱਤੇ ਹੋਏ ਅੰਮ੍ਰਿਤ ਨਾਮ ਨੂੰ ਦਿਨ ਰਾਤ ਜਪੀਏ, ਐਸੀ ਕਿਰਪਾ ਕਰੋ। ਅੰਮ੍ਰਿਤ ਬਾਣੀ ਉਚਰਾ ਹਰ ਜਸ, ਮੀਠਾ ਲਾਗੈ ਤੇਰਾ ਭਾਣਾ ਰਾਮ। ਮਹਾਰਾਜ ਜੀ ਤੁਹਾਡੀ ਅੰਮ੍ਰਿਤ ਬਾਣੀ ਨੂੰ ਅਸੀਂ ਆਪਣੀ ਰਸਨਾ ਤੋਂ ਉਚਰੀਏ ਜਿਹਦੇ 'ਚ ਹਰੀ ਜਸ ਹੈ। ਅੰਮ੍ਰਿਤ ਬਾਣੀ ਉਚਰਾ ਹਰ ਜਸ। ਮਹਾਰਾਜ ਤੁਹਾਡੀ ਅੰਮ੍ਰਿਤ ਬਾਣੀ ਨੂੰ ਉਚਰਾ। ਹਰੀ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਉਚਾਰਨ ਕਰਾਂ, ਪਹਿਲੀ ਮੰਗ। ਦੂਜੀ ਦਾਤ ਮਹਾਰਾਜ ਜੀ ਨਾਲ ਇਹ ਵੀ ਦਿਓ ਕਿ ਮੈਨੂੰ ਤੁਹਾਡਾ ਭਾਣਾ ਮਿੱਠਾ ਲੱਗੇ। ਇਹ ਤਰਸ ਕਰੋ, ਕਿਉਂਕਿ ਤੁਹਾਡਾ ਭਾਣਾ ਮਿੱਠਾ ਕਰਕੇ ਉਹ ਮੰਨਦੇ ਨੇ ਜਿਨ੍ਹਾਂ ਨੂੰ ਤੁਸੀਂ ਮਨਾਉਂਦੇ ਹੋ। ਉਹ ਤੁਹਾਡੇ ਭਾਣੇ ਨੂੰ ਮਿੱਠਾ ਕਰਕੇ ਮੰਨ ਲੈਂਦੇ ਆ। ਗਰੀਬ ਨਵਾਜ ਸਾਹਿਬ ਜੀ ਸਾਡੇ ਤੇ ਤਰਸ ਕਰੋ ਕਿ ਅਸੀਂ ਆਪਣੀ ਜ਼ੁਬਾਨੋਂ ਕਦੇ ਉਲਾਂਭਾ ਨਾ ਦਈਏ ਕਿ ਸਾਡੇ ਰੱਬ ਨੇ ਸਾਨੂੰ ਕੀ ਦਿੱਤਾ। ਉਲਾਂਭਾ ਨਾ ਦਈਏ। ਸਾਡੇ ਤੇ ਤਰਸ ਕਰੋ ਕਿ ਸਾਨੂੰ ਤੁਹਾਡਾ ਭਾਣਾ ਮਿੱਠਾ ਲੱਗੇ। ਤਤੀਆਂ ਤਵੀਆਂ ਤੇ ਬਹਿ ਕੇ ਵੀ ਮੇਰੇ ਸਾਹਿਬ ਨੇ ਰਸਨਾ ਤੋਂ ਪਰਮੇਸ਼ਰ ਨੂੰ ਉਲਾਂਭਾ ਨਹੀਂ ਦਿੱਤਾ। ਉਬਲਦੀਆਂ ਦੇਗਾਂ ਦੇ ਪਾਣੀ 'ਚ ਬਹਿ ਕੇ ਵੀ ਆਖਿਆ ਤੇਰਾ ਕੀਆ ਮਿੱਠਾ ਲੱਗਾ। ਮਹਾਰਾਜ ਤਰਸ ਕਰੋ, ਦਇਆ ਕਰੋ, ਸਾਨੂੰ ਆਪਣੀ ਰਜਾ 'ਚ ਰਹਿਣ ਦਾ ਬਲ ਬਖਸ਼ੋ ਕਿ ਅਸੀਂ ਤੁਹਾਡੀ ਰਜਾ 'ਚ ਰਹੀਏ, ਤੁਹਾਡੇ ਭਾਣੇ ਨੂੰ ਮਿੱਠਾ ਕਰਕੇ ਮੰਨੀਏ। ਮਹਾਰਾਜ ਇਹ ਤਰਸ ਕਰੋ ਔਰ ਇਹ ਦਇਆ ਕਰੋ ਕਿ ਤੁਹਾਡੀ ਅੰਮ੍ਰਿਤਮਈ ਬਾਣੀ ਆਪਣੀ ਰਸਨਾ ਤੋਂ ਪੜ੍ਹੀਏ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਸ ਆਪਣੀ ਰਸਨਾ ਤੋਂ ਗਾਇਨ ਕਰੀਏ। ਕਾਰ ਦਇਆ ਮਇਆ ਗੋਪਾਲ ਗੋਬਿੰਦ, ਕੋਏ ਨਾਹੀ ਤੁਝ ਬਿਨਾ। ਹੇ ਗੋਪਾਲ, ਹੇ ਗੋਬਿੰਦ ਵਾਹਿਗੁਰੂ ਸਾਡੇ ਤੇ ਦਇਆ ਮਇਆ ਕਰੋ, ਸਾਡੇ ਤੇ ਤਰਸ ਕਰੋ, ਰਹਿਮਤ ਕਰੋ, ਕਿਉਂਕਿ ਮਹਾਰਾਜ ਸਾਡਾ ਤੁਹਾਡੇ ਬਿਨਾ ਕੋਈ ਨਹੀਂ ਹੈ। ਕੋਏ ਨਾਹੀ ਤੁਝ ਬਿਨਾ। ਮਹਾਰਾਜ ਤੁਹਾਡੇ ਬਿਨਾ ਸਾਡਾ ਕੋਈ ਨਹੀਂ। ਸਾਡੇ ਆਸਰੇ, ਸਾਡੇ ਨਿਮਾਣਿਆਂ ਦੀ ਟੇਕ ਮਹਾਰਾਜ ਜੀ ਤੁਸੀਂ ਹੋ। ਤੁਹਾਡੇ ਬਿਨਾ ਕੋਈ ਆਸਰਾ ਨਹੀਂ ਸਾਡਾ। ਸਮਰੱਥ ਅਗਾਥ ਅਪਾਰ ਪੂਰਨ, ਜੀਉ ਤਨ ਧਨ ਤੁਮ ਮਾਨਾ। ਮਹਾਰਾਜ ਜੀ ਤੁਸੀਂ ਸਮਰੱਥ ਹੋ, ਸਮਰੱਥ, ਸਰਬ ਕਲਾ ਸਮਰੱਥ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ, ਸਮਰੱਥ ਹੋ। ਸਮਰੱਥ ਅਗੱਥ। ਅਗੱਥ ਦਾ ਮਤਲਬ ਹੈ ਵੀ ਜਿਹਦੀ ਗਾਥਾ ਸੰਪੂਰਨ ਰੂਪ ਵਿੱਚ ਕਹੀ ਨਾ ਜਾ ਸਕੇ। ਬਹੁਤ ਕੁਝ ਲਿਖਿਆ ਜਾਏ, ਬਹੁਤ ਕੁਝ ਕਿਹਾ ਜਾਏ, ਗ੍ਰੰਥਾਂ ਦੇ ਗ੍ਰੰਥ ਭਰ ਦਿੱਤੇ ਜਾਣ, ਪਰਮੇਸ਼ਰ ਦੀ ਕਥਾ ਲਿਖਦਿਆਂ 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 ਅੰਤ ਨੂੰ ਇਹ ਹੀ ਕਹਿਣਾ ਪਵੇਗਾ ਕਿ हे ਪ੍ਰਭੂ ਤੂੰ ਗਾਥਾ ਤੋਂ ਰਹਿਤ ਹੈ, ਤੇਰੀ ਗਾਥਾ ਸੰਪੂਰਨ ਰੂਪ ਵਿੱਚ ਕਹੀ ਨਹੀਂ ਜਾ ਸਕਦੀ। ਅਗੱਥ ਹੈ।
अपार, पारावार तो रहता है, तेरा कोई पार उरार नहीं है। पूर्ण है, सर्ब थाई रहना, कोई ऐसी जगह नहीं जिथे तू नहीं वसदा। हर शय विच, हर जर्रे विच, हर कण विच तू रहना, पूर्ण है। जियो तन धन, मेरा जीड़ा तन धन, मेरा ये मन, हे प्रभु जी तुहाडा है, मैं तुहाडे चरना चरपण करदा हां। जियो तन धन तुम मना, अपना जीड़ा, अपना तन, अपना मन, धन, महाराज जी मैं तुहाडे चरना चरपण करदा। मन तन तेरा, धन भी तेरा। महाराज जी मैं तिन्ने चीज़ां आप जी दे चरना च समर्पण करदा। जिसका तन मन धन सब तिसका, सोई सुगड़ सुजानी। महाराज जी मैं तिन्ने आप जी दे चरना च अर्पण करदा हां। मूरख मुगद अनाथ चंचल, बलहीन नीच अजाना। फिर मेरे वाहिगुरु मैं किहो जिहा, मैं अपनी दशा भी दस दिना भी मैं किन्ने को पानी चा। महाराज जी मैं रज के मूर्ख हाँ, मूर्ख मैं मूर्ख भी हाँ, मुगध मूँह नाल गंद पखण वाला हाँ, मुगध। ये मुगध का अर्थ इदा भी महापुरुष करते, जिहड़ा मूँह नाल गंद पखे, मूँह नाल गंदगी खावे उहनूं मुगध कहंदे आ। किसी दी निंदा करनी, चुगली करनी, मूँह नाल गंद खाण दी तुल है। जदों असीं किसी दा औगण वेख के निंदा करते हैं तो औगण गंदा हुंदा है, ते जदों अपनी जुबान नाल उहनूं बयान करते हैं तो फिर वो गंद ही खाधा ना। महाराज जी असीं मुगध भी हाँ। फिर कहते महाराज असीं अनाथ भी हाँ। अनाथ, साडा कोई वाली वारस नहीं, नाथ तो भी होने। चंचल, चंचल भी रज के आ, किहड़ा कोई टिकाया सानू। ये मन भजदा नठदा रहिंदा, एक जगह ते केंद्रित नहीं हुंदा, एकाग्र नहीं हुंदा। चंचल भी हाँ। बलहीन, महाराज जी कमजोर भी हैं, साडे च कोई बल नहीं है, कोई तान नहीं। नीच अजाना, महाराज रज के नीच भी हाँ। अजाना दा मतलब महाराज जी मैं कुछ नहीं जानदा, बिल्कुल अनजान हाँ, कोई जानकारी नहीं मेरे पास। हाँ जी। बिनवंत नानक शरण तेरी, रख ले हो आवन जाना। धन गुरु अर्जन देव साहब जी फरमाउंदे, चाहे मैं उपरोक्त दसी पंक्ति विच जिहो जिहा भी हाँ, महाराज जी तुहाडी शरण विच हाँ। मूर्ख हाँ, मुगधा, नीचा, जान हाँ, बलहीन हाँ, पर तुहाडी शरण च हाँ। महाराज जी मैं तुहाडी पनाह विच हाँ, ते तुहाडी शरण च पै के मैं बेनती करदा हाँ, किरपा करो रख ले हो आवन जाना, 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 रख ले हो आवन जाना। महाराज जी तुहाडी शरण विच हाँ, रख लो
ਆਵਾ ਗੌਣ ਤੋਂ ਜਨਮ ਮਰਨ ਤੋਂ 84 ਲੱਖ ਜੂਨੀਆਂ ਦੇ ਗੇੜੇ ਤੋਂ ਮਹਾਰਾਜ ਜੀ ਕਿਰਪਾ ਕਰੋ। ਦਇਆ ਕਰਕੇ ਸਾਨੂੰ ਰੱਖ ਲੋ ਮਹਾਰਾਜ, ਤੁਸੀਂ ਤਾਂ ਰੱਖਣ ਵਾਲੇ ਹੋ। ਰੱਖੇ ਰੱਖਣ ਹਾਰ ਆਪ ਉਭਾਰਿਆ ਨਾ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨਾ। ਮਹਾਰਾਜ ਰੱਖ ਲੋ, ਰੱਖੋ ਰੱਖੋ ਕਿਰਪਾ ਧਾਰ। ਮਹਾਰਾਜ ਰੱਖ ਲੋ, ਦਇਆ ਕਰਕੇ ਰੱਖ ਲੋ। ਤੁਹਾਡੀ ਸ਼ਰਨ ਵਿੱਚ ਹਾਂ, ਆਪ ਜੀ ਕਿਰਪਾ ਕਰਕੇ ਸਾਨੂੰ ਜਨਮ ਮਰਨ ਤੋਂ ਰੱਖ ਲੋ, ਬਚਾ ਲੋ। ਸਾਧ ਹੈ ਸ਼ਰਨੀ ਪਾਈਐ ਹਰ ਜੀਉ, ਗੁਣ ਗਾਵਹਿ ਹਰ ਨੀਤਾ ਰਾਮ। ਸਾਧੂਆਂ ਦੀ ਸ਼ਰਨ ਚ ਪਾਓ ਮਹਾਰਾਜ ਜੀ ਸਾਨੂੰ। ਸਾਧੂ ਜਨ ਜਿਹੜੇ ਤੁਹਾਡੀ ਬੰਦਗੀ ਕਰਦੇ ਨੇ ਉਹਨਾਂ ਦੀ ਸ਼ਰਨ ਚ ਪਾਓ ਸਾਨੂੰ, ਤੇ ਅਸੀਂ ਤੁਹਾਡੇ ਨੇਤੀ ਗੁਣ ਗਾਈਏ। ਮਹਾਰਾਜ ਇਹ ਸਾਡੇ ਤੇ ਤਰਸ ਕਰੋ। ਗੁਣ ਗਾਵਹਿ ਹਰ ਨੀਤਾ ਰਾਮ। ਨੇਤੀ ਮਹਾਰਾਜ ਜੀ ਤੁਹਾਡੇ ਗੁਣ ਗਾਈਏ, ਤੁਹਾਡੇ ਗੁਣਾਂ ਨੂੰ ਗਾਇਨ ਕਰਦੇ ਰਹੀਏ। ਇਹ ਤਰਸ ਸਾਡੇ ਤੇ ਕਰ ਦਿਓ। ਤੂਰ ਭਗਤਨ ਕੀ ਮਨ ਤਨ ਲਾਗੋ, ਹਰ ਜੀਉ ਸਭ ਪਤਿਤ ਪੁਨੀਤ ਰਾਮ। ਮਹਾਰਾਜ ਜੀ ਤੁਹਾਡੇ ਭਗਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮਨ ਤੇ ਤਨ ਚ ਲੱਗੇ। ਤੁਹਾਡੇ ਭਗਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮਨ ਤਨ ਨੂੰ ਲੱਗੇ ਹਰ ਜੀ, ਤੇ ਜਿਨ੍ਹਾਂ ਦੇ ਮਨ ਤਨ ਨੂੰ ਤੁਹਾਡੇ ਸਾਧੂਆਂ ਤੇ ਭਗਤਾਂ ਦੇ ਚਰਨਾਂ ਦੀ ਧੂੜ ਲੱਗਦੀ ਹੈ, ਉਹ ਪਤਤਾਂ ਤੋਂ ਪੁਨੀਤ ਹੋ ਜਾਂਦੇ। ਸਭ ਪਤਤ ਪੁਨੀਤਾ ਰਾਮ। ਉਹ ਪਤਤ ਪੁਨੀਤ ਹੋ ਜਾਂਦੇ ਨੇ, ਉਹ ਪਾਪੀ ਪਵਿੱਤਰ ਹੋ ਜਾਂਦੇ ਨੇ। ਮਹਾਰਾਜ ਜੀ ਜਿਹੜੇ ਤੁਹਾਡੇ ਭਗਤ ਜਨਾਂ ਦੇ ਚਰਨਾਂ ਦੀ ਧੂੜੀ ਵਿੱਚ, ਉਹਨਾਂ ਦੇ ਚਰਨਾਂ ਵਿੱਚ ਹਲੀਮੀ ਨਾਲ ਰਹਿੰਦੇ ਹੈ। ਰੱਬ ਦੇ ਪਿਆਰਿਆਂ ਭਗਤਾਂ ਸਾਧੂਆਂ ਦੇ ਅੱਗੇ ਖਾਲਸਾ ਜੀ ਵਿਨਿਮਰ ਹੋ ਕੇ ਹੀ ਰਹਿਣਾ ਚਾਹੀਏ। ਉਹਨਾਂ ਅੱਗੇ ਕਦੇ ਆਪਣੀ ਹੰਗਤਾ ਨਹੀਂ ਜਣਾਈ ਚਾਹੀਦੀ ਕਿ ਮੈਂ ਕੁਝ ਹਾਂ। ਪਰਮੇਸ਼ਰ ਦੀ ਭਗਤੀ ਕਰਨ ਵਾਲੇ ਮਹਾਂਪੁਰਸ਼ਾਂ ਸਾਧੂਆਂ ਦੇ ਸਨਮੁਖ ਹਲੀਮੀ ਤੇ ਵਿਨਿਮਰਤਾ ਨਾਲ ਰਹੀਏ ਤਾਂ ਪਤਤਾਂ ਤੋਂ ਪੁਨੀਤ ਹੋ ਜਾਈਦਾ ਹੈ। ਪਰਮੇਸ਼ਰ ਦੀ ਬੰਦਗੀ ਕਰਨ ਵਾਲੀਆਂ ਰੂਹਾਂ ਸਾਡੇ ਤੋਂ ਕਿਤਨੀਆਂ ਗੁਣਾ ਚੰਗੀਆਂ ਹਨ, ਕਿਤਨੇ ਉੱਤਮ ਹਨ। ਉਹਨਾਂ ਦੇ ਚਰਨਾਂ ਵਿੱਚ ਵਿਨਿਮਰ ਹੋ ਕੇ ਨਵੀਂ ਦ੍ਰਿਸ਼ਟੀ ਉਹਨਾਂ ਦੇ ਚਰਨਾਂ ਤੇ ਰੱਖ ਕੇ ਰਹੀਏ ਤਾਂ ਫਿਰ ਦਇਆ ਦ੍ਰਿਸ਼ਟੀ ਹੁੰਦੀ ਹੈ। ਜਿਹੜਾ ਅੰਤਸ਼ਕਰਨ ਮਲੀਨ ਹੈ ਉਹ ਸ਼ੁੱਧ ਹੁੰਦਾ ਹੈ। ਪਤਿਤਾ ਪੁਨੀਤਾ ਹੋਇ ਤਿਨ ਸੰਗ, ਜਿਨ ਵਿਧਾਤਾ ਪਾਇਆ। ਜਿਨ੍ਹਾਂ ਨੇ ਰੱਬ ਨੂੰ ਪਾ ਲਿਆ, ਜਿਨ੍ਹਾਂ ਨੇ ਵਿਧਾਤੇ ਦੇ ਸਰੂਪ ਦੀ ਪ੍ਰਾਪਤੀ ਕਰ ਲਈ ਹੈ, ਉਹਨਾਂ ਦੀ ਸੰਗਤ ਕਰਨ ਵਾਲੇ ਪਤਤ ਪੁਨੀਤ ਹੋ ਜਾਂਦੇ ਨੇ। ਜਿਨ੍ਹਾਂ ਨੇ ਵਿਧਾਤੇ ਨੂੰ ਪਾ ਲਿਆ, ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰ ਲਈ, ਖਾਲਸਾ ਜੀ ਉਹਨਾਂ ਦੀ ਸੰਗਤ ਕਰਨ ਵਾਲੇ ਪਤਤ ਪੁਨੀਤ ਹੋ ਜਾਂਦੇ ਨੇ, ਪਾਪੀ ਵੀ ਪੁੰਨੀ ਹੋ ਜਾਂਦੇ ਨੇ। ਬਹੁਤ ਗੁਰਸਿੱਖ ਤਾਂ ਉਹਨਾਂ ਗੁਰਸਿੱਖਾਂ ਤੋਂ ਹੀ ਬਾਰੇ ਜਾਂਦੇ ਜਿਹੜੇ ਆਪਣੇ ਗੁਰੂ ਦੇ ਨਿਤ ਦਰਸ਼ਨ ਕਰਦੇ। ਉਹਨਾਂ ਤੋਂ ਵੀ ਬਾਰੇ ਜਾਈਏ, ਉਹਨਾਂ ਤੋਂ ਵੀ ਬਲਿਆਰ ਜਾਈਏ ਜਿਹੜੇ ਸਾਹਿਬਾਂ ਦੇ ਦਰਸ਼ਨ ਕਰਦੇ ਨੇ, ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰੂ ਦੇ ਦਰਸ਼ਨਾਂ ਦੀ ਛਾਪ ਦਰਸ਼ਨ ਕਰਦਿਆਂ ਹੀ ਬਣ ਜਾਂਦੀ ਹੈ। ਇੱਕ ਹੁੰਦਾ ਨੇਤਰਾਂ ਨਾਲ ਦਰਸ਼ਨ ਕਰ ਲਏ, ਇੱਕ ਹੁੰਦਾ ਨੇਤਰਾਂ ਨਾਲ ਦਰਸ਼ਨ ਕੀਤੇ ਤੇ ਉਹ ਦਰਸ਼ਨ ਹਿਰਦੇ ਵਿੱਚ ਉਤਰ ਗਏ। ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰੂ ਕੇ ਦਰਸ਼ਨ ਉਤਰ ਜਾਂਦੇ ਨੇ, ਉਹਨਾਂ ਦੀ ਸੰਗਤ ਕਰਨ ਵਾਲੇ ਪਾਪੀ ਵੀ ਪੁੰਨੀ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ, ਪਾਵਨ ਹੋ ਜਾਂਦੇ ਹਨ। ਨਾਮ ਰਾਤੇ ਜੀ ਦਾਤੇ, ਨਿਤ ਦੇਹ
ਚੜ੍ਹੈ ਸਵਾਇਆ। ਜਿਹੜੇ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ ਨੇ ਜੀ ਦਾ, ਤੇ ਉਹਨਾਂ ਨੇ ਜਾਣ ਲਿਆ ਕਿ ਪਰਮੇਸ਼ਰ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਨ ਦੇਣ ਵਾਲਾ ਦਾਤ ਹੈ। ਨਿਤ ਦੇਹ ਚੜ੍ਹੈ ਸਵਾਇਆ। ਜੋ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਸੇਵਕਾਂ ਨੂੰ ਬਖਸ਼ਦੇ ਨੇ ਉਹ ਨਿਤ ਹੀ ਸਵਾਇਆ ਹੋ ਕੇ ਵੱਧਦਾ ਹੈ। ਉਹਦਾ ਰੰਗ ਨਿਤ ਹੀ ਨਵਾਂ ਹੋ ਕੇ ਚੜ੍ਹਦਾ ਹੈ। ਰਿੱਧ ਸਿੱਧ ਨਵ ਨਿਧ ਹਰ ਜਪ ਜਿਨੀ ਆਤਮ ਜੀਤਾ। ਹਰੀ ਪਰਮੇਸ਼ਰ ਦੇ ਜਾਪ ਨੂੰ ਜਪ ਕੇ ਜਿਨ੍ਹਾਂ ਨੇ ਆਪਣੀ ਆਤਮਾ ਨੂੰ ਜਿੱਤ ਲਿਆ, ਯਾਨੀ ਕਿ ਆਪਣਾ ਮਨ ਜਿੱਤ ਲਿਆ। ਹਰੀ ਦੇ ਜਾਪ ਨੂੰ ਜਪ ਕੇ ਜਿਨ੍ਹਾਂ ਨੇ ਆਪਣਾ ਮਨ ਜਿੱਤ ਲਿਆ, ਉਹਨਾਂ ਦੇ ਪਾਸ ਰਿੱਧੀਆਂ ਸਿੱਧੀਆਂ ਨੌ ਨਿੱਧਾਂ ਸੁਤੇ ਸੇਧੀ ਆਣ ਬਿਰਾਜਦੀਆਂ। ਜਿਨ੍ਹਾਂ ਨੇ ਹਰੀ ਦੇ ਜਾਪ ਨੂੰ ਜਪ ਕੇ ਆਪਣਾ ਮਨ ਜਿੱਤ ਲਿਆ, ਰਿੱਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ। ਬਿਨਵੰਤ ਨਾਨਕ ਵੱਡ ਭਾਗ ਪਾਈਐ ਸਾਧ ਸਾਜਨ ਮੀਤਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਵੱਡਿਆਂ ਭਾਗਾਂ ਕਰਕੇ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸਾਧ ਸਾਜਨ ਮੀਤਾ, ਸਾਧੂਆਂ ਦੀ ਸੰਗਤ, ਜਿਹੜੇ ਸੱਜਣ ਸਵਰੂਪ ਨੇ, ਉਹਨਾਂ ਦੀ ਸੰਗਤ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਜਿਨੇ ਸੱਚ ਵਣੰਜਿਆ ਹਰ ਜੀਉ ਸੇ ਪੂਰੇ ਸਾਹ ਰਾਮ। ਜਿਨ੍ਹਾਂ ਨੇ ਉਸ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਵਣਜਿਆ ਹੈ, ਹੇ ਭਾਈ, ਉਹੀ ਇਹ ਸੰਸਾਰ ਵਿੱਚ ਪੂਰਨ ਤੌਰ ਤੇ ਸ਼ਾਹੂਕਾਰ ਹਨ। ਸ਼ਾਹੂਕਾਰ ਦੀ ਪਰਿਭਾਸ਼ਾ ਕੀ ਹੈ? ਜਿਹਦੇ ਕੋਲ ਦੁਨਿਆਵੀ ਧਨ ਦੇ 4 ਛਿੱਲੜ ਹੋਣ, ਪਾਤਸ਼ਾਹ ਉਹਨੂੰ ਸ਼ਾਹੂਕਾਰ ਨਹੀਂ ਮੰਨਦੇ। ਪਾਤਸ਼ਾਹ ਕਹਿੰਦੇ ਉਹ ਸ਼ਾਹੂਕਾਰ ਹੈ ਜਿਹਦੇ ਪੱਲੇ ਸੱਚ ਹੈ, ਪਰਮੇਸ਼ਰ ਦਾ ਭਜਨ ਹੈ, ਅਕਾਲ ਪੁਰਖ ਦੀ ਬੰਦਗੀ ਹੈ। ਉਹੀ ਅਸਲ ਵਿੱਚ ਇਸ ਸੰਸਾਰ ਵਿੱਚ ਸੱਚੇ ਸ਼ਾਹ ਹਨ। ਬਹੁਤ ਖਜ਼ਾਨਾ ਤਿੰਨ ਪਹਿ ਹਰ ਜੀਉ ਹਰ ਕੀਰਤਨ ਲਾਹ ਰਾਮ। ਜਿਨ੍ਹਾਂ ਦੇ ਕੋਲ ਹਰੀ ਦੇ ਕੀਰਤਨ ਦਾ ਲਾਹਾ ਹੈ, ਇਹ ਹਰ ਜੀਓ, ਉਹਨਾਂ ਦੇ ਕੋਲ ਜਿਹੜੇ ਖਜ਼ਾਨੇ ਨੇ, ਉਸ ਖਜ਼ਾਨੇ ਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ। ਜਿਨ੍ਹਾਂ ਕੋਲ ਪਰਮੇਸ਼ਰ ਦੇ ਨਾਮ ਤੇ ਭਜਨ ਤੇ ਕੀਰਤਨ ਦਾ ਲਾਹਾ ਹੈ, ਉਹਨਾਂ ਕੋਲ ਵੱਡਾ ਖਜ਼ਾਨਾ ਹੈ। ਕਾਮ ਕ੍ਰੋਧ ਨਾ ਲੋਭ ਵਿਆਪੈ ਜੋ ਜਨ ਪ੍ਰਭ ਸਿਉ ਰਾਤਿਆ। ਜਿਹੜੇ ਜਨ ਉਸ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਗਏ ਨੇ, ਪਾਤਸ਼ਾਹ ਪੰਜਵੇਂ ਗੁਰਦੇਵ ਕਹਿੰਦੇ ਉਹਨਾਂ ਨੂੰ ਕਾਮ ਕ੍ਰੋਧ ਲੋਭ ਆਦਿਕ ਵਿਕਾਰ ਨਹੀਂ ਵਿਆਪਦੇ। ਜਿਹੜੇ ਉਸ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦੇ ਪ੍ਰੇਮ ਰੰਗ ਚ ਰੰਗੇ ਗਏ, ਉਹਨਾਂ ਨੂੰ ਕਾਮ ਕ੍ਰੋਧ ਲੋਭ ਮੋਹ ਵਿਕਾਰ ਨਹੀਂ ਵਿਆਪਦਾ। ਏਕ ਜਨ ਹੈ ਏਕ ਮਨ ਹੈ ਰਾਮ ਕੈ ਰੰਗ ਮਾਤਿਆ। ਉਹ ਇੱਕ ਨੂੰ ਜਾਣਦੇ ਨੇ, ਇੱਕ ਨੂੰ ਹੀ ਮੰਨਦੇ ਨੇ, ਔਰ ਉਸ ਰਾਮ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਮਸਤ ਹੋ ਕੇ ਰਹਿੰਦੇ ਹਨ। ਲਗ ਸੰਤ ਚਰਨੀ ਪੜੈ ਸਰਨੀ ਮਨ ਤਿਨਾ ਉਹ ਮਾਹ। ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸੰਤ ਜਨਾਂ ਦੇ ਚਰਣੀ ਲੱਗ ਗਏ ਹਨ, ਉਹਨਾਂ ਦੀ ਸ਼ਰਨ ਪੈ ਗਏ ਹਨ, ਉਹਨਾਂ ਦੇ ਮਨ ਤੇ ਤਨ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦਾ ਉਮਾਹ ਜਾਗਦਾ ਹੈ, ਉਤਸ਼ਾਹ ਜਾਗਦਾ ਹੈ। ਬਿਨਵੰਤ ਨਾਨਕ
ਜਿਨ ਨਾਮ ਪੱਲੇ ਸੇਈ ਸੱਚੇ ਸਾਹਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਆ, ਜਿਨ੍ਹਾਂ ਦੇ ਪੱਲੇ ਪਰਮੇਸ਼ਰ ਦਾ ਨਾਮ ਧਨ ਹੈ, ਉਹੀ ਅਸਲ ਵਿੱਚ ਸੱਚੇ ਸ਼ਾਹੂਕਾਰ ਨੇ। ਜਿਨ੍ਹਾਂ ਦੇ ਪੱਲੇ ਅਕਾਲ ਪੁਰਖ ਦੀ ਬੰਦਗੀ ਹੈ, ਪਰਮੇਸ਼ਰ ਦਾ ਭਜਨ ਹੈ, ਅੰਮ੍ਰਿਤ ਵੇਲਾ ਹੈ, ਬਾਣੀ ਹੈ, ਬਾਣਾ ਹੈ, ਸ਼ੁਭ ਕਰਮ ਨੇ, ਪਾਤਸ਼ਾਹ ਕਹਿੰਦੇ ਉਹ ਅਸਲ ਵਿੱਚ ਸੱਚੇ ਸ਼ਾਹ ਹਨ। ਜਿਨ੍ਹਾਂ ਦੇ ਪੱਲੇ ਹੈ ਨਹੀਂ, ਉਹ ਗੁਰਦੇਵ ਦੀ ਦ੍ਰਿਸ਼ਟੀ ਦੇ ਵਿੱਚ ਕੰਗਲੇ ਨੇ। ਦੁਨੀਆ ਦੀ ਦ੍ਰਿਸ਼ਟੀ 'ਚ ਭਾਵੇਂ ਸ਼ਾਹ ਹੋਣ, ਪਰ ਪਾਤਸ਼ਾਹ ਦੀ ਦ੍ਰਿਸ਼ਟੀ ਵਿੱਚ ਉਹ ਕੰਗਲੇ ਨੇ। ਜਿਨ੍ਹਾਂ ਦੇ ਪੱਲੇ ਪਰਮੇਸ਼ਰ ਦਾ ਭਜਨ ਹੈ, ਪਾਤਸ਼ਾਹ ਕਹਿੰਦੇ ਉਹੀ ਅਸਲ ਵਿੱਚ ਪੂਰਨ ਸ਼ਾਹੂਕਾਰ ਹਨ। ਨਾਨਕ ਸੋਈ ਸਿਮਰਿਐ ਹਰਿ ਜੀਉ, ਜਾ ਕੀ ਕਲ ਧਾਰੀ RAM। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ, ਉਸ ਵਾਹਿਗੁਰੂ ਨੂੰ ਸਿਮਰੀਏ ਹਰਿ ਜੀ, ਉਸ ਦਾ ਸਿਮਰਨ ਕਰੀਏ ਜਿਹਦੀਆਂ ਸਾਰੀਆਂ ਕਲਾਵਾਂ ਹਨ, ਜਿਹਦੇ ਵਿੱਚ ਸਾਰੀਆਂ ਕਲਾਵਾਂ ਹਨ, ਜੋ ਸਰਬ ਕਲਾਵਾਂ ਦਾ ਮਾਲਕ ਹੈ, ਜੋ ਸਰਬ ਕਲਾ ਸਮਰੱਥ ਹੈ, ਉਹਨੂੰ ਸਿਮਰੀਏ, ਉਸ ਦੀ ਆਰਾਧਨਾ ਕਰੀਏ ਜੋ ਸਰਬ ਕਲਾ ਸਮਰੱਥ ਦੇਵ ਹੈ। ਗੁਰਮੁਖ ਮਨਹੁ ਨਾ ਵਿਸਰੈ, ਜਿਹੜੇ ਗੁਰਮੁਖ ਨੇ ਨਾ, ਸਭ ਤੋਂ ਵੱਡੀ ਨਿਸ਼ਾਨੀ ਹੈ ਗੁਰਮੁਖਾਂ ਦੀ ਵੀ, ਉਹਨਾਂ ਦੇ ਮਨੋਂ ਕਦੇ ਪਰਮੇਸ਼ਰ ਤੇ ਗੁਰੂ ਵਿਸਰਦਾ ਨਹੀਂ। ਗੁਰਮੁਖ ਦੀ ਸਭ ਤੋਂ ਵੱਡੀ ਨਿਸ਼ਾਨੀ ਕਿ ਗੁਰਮੁਖ ਨੂੰ ਕਦੇ ਵੀ ਆਪਣਾ ਮਾਲਕ ਨਹੀਂ ਵਿਸਰਦਾ, ਆਪਣਾ ਗੁਰੂ ਨਹੀਂ ਵਿਸਰਦਾ। ਅਸੀਂ ਕਹਿਣ ਮਾਤਰ ਵਾਸਤੇ ਆਪਣੇ ਆਪ ਨੂੰ ਕਹਿ ਦਿੰਦੇ ਆ ਜੀ ਅਸੀਂ ਵੀ ਗੁਰਮੁਖ ਹੁੰਨੇ ਆ, ਪਰ ਗੁਰਮੁਖਤਾਈ ਦੀ ਖੇਡ ਬੜੀ ਪਰੇ ਦੀ ਖੇਡ ਹੈ ਗੁਰੂ ਖਾਲਸਾ ਜੀ। ਗੁਰਮੁਖ ਕਹਿ ਲੋ ਤੇ ਭਗਤ ਕਹਿ ਲੋ, ਦੋਵੇਂ ਇੱਕੋ ਗੱਲ ਹੈ। ਗੁਰਮੁਖ ਕਹਿ ਲੋ ਤੇ ਚਾਹੇ ਬ੍ਰਹਮ ਗਿਆਨੀ ਕਹਿ ਲੋ, ਦੋਨਾਂ ਦੀ ਇੱਕੋ ਹੀ ਖੇਡ ਹੈ। ਗੁਰਮੁਖ ਦੀ ਅਵਸਥਾ ਵੀ ਬ੍ਰਹਮ ਗਿਆਨੀ ਨਾਲੋਂ ਘੱਟ ਨਹੀਂ, ਇੱਕੋ ਰੂਪ ਨੇ। ਗੁਰਮੁਖ ਉਹ ਹੈ ਜਿਹਦੇ ਹਿਰਦੇ ਚੋਂ ਕਦੇ ਪਰਮੇਸ਼ਰ ਨਹੀਂ ਵਿਸਰਦਾ, ਗੁਰੂ ਨਹੀਂ ਵਿਸਰਦਾ। ਤੋ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਗੁਰਮੁਖ ਮਨੋ ਨਾ ਵਿਸਰੈ, ਗੁਰਮੁਖਾਂ ਨੂੰ ਕਦੇ ਵੀ ਆਪਣੇ ਮਨ ਚੋਂ ਪਰਮੇਸ਼ਰ ਨਹੀਂ ਵਿਸਰਦਾ। ਹਰਿ ਜੀ ਅਕਾਲ ਪੁਰਖ ਕਦੇ ਨਹੀਂ ਵਿਸਰਦਾ। ਹਰਿ ਜੀਉ ਕਰਤਾ ਪੁਰਖ ਮੁਰਾਰੀ RAM। ਗੁਰਮੁਖੇ ਜਾਣਦੇ ਨੇ ਕਿ ਸਾਰੇ ਜਗਤ ਦਾ ਕਰਤਾ ਅਕਾਲ ਪੁਰਖ ਵਾਹਿਗੁਰੂ ਉਹ ਪਾਰ ਬ੍ਰਹਮ ਪਰਮੇਸ਼ਰ ਹੈ, ਉਹ ਮੁਰਾਰੀ ਅਕਾਲ ਪੁਰਖ ਹੈ, ਰਮਿਆ ਹੋਇਆ RAM ਹੈ, ਜਿਹੜਾ ਸਾਰੇ ਜਗਤ ਨੂੰ ਕਰਨ ਵਾਲਾ ਹੈ, ਸਾਰੇ ਜਗਤ ਦਾ ਕਰਤਾ ਹੈ। ਦੁਖ ਰੋਗ ਨਾ ਭਾਉ ਵਿਆਪੈ, ਜਿਨੀ ਹਰ ਹਰ ਧਿਆਇਆ। ਜਿਨ੍ਹਾਂ ਨੇ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਧਿਆਇਆ, ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਦੁੱਖ ਰੋਗ ਡਰ ਨਹੀਂ ਵਿਆਪਦਾ। ਦੁੱਖ ਰੋਗ ਭਾਉ ਡਰ ਉਹਨਾਂ ਨੂੰ ਨਹੀਂ ਵਿਆਪਦਾ। ਕਿਹਨਾਂ ਨੂੰ ਜੀ? ਜਿਨੀ ਹਰ ਹਰ ਧਿਆਇਆ, ਜਿਹੜੇ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਜਾਪ ਨੂੰ ਜਪਦੇ ਨੇ, ਅਕਾਲ ਪੁਰਖ ਪਰਮੇਸ਼ਰ ਨੂੰ ਧਿਆਉਂਦੇ ਹਨ। ਸੰਤ ਪ੍ਰਸਾਦ ਤਾਰੇ ਭਵ ਜਲ, ਪੂਰਬ ਲਿਖਿਆ ਪਾਇਆ। ਸੰਤ ਜਨਾਂ ਦੇ ਪ੍ਰਸਾਦ ਨਾਲ, ਸੰਤ ਜਨਾਂ ਦੀ ਕਿਰਪਾ ਨਾਲ ਇਸ ਭਵਜਲ ਤੋਂ ਤਰੀਦਾ। ਪਰ ਸੰਤ ਜਨਾਂ ਦੀ ਸੰਗਤ ਕਿਹਨਾਂ ਨੂੰ ਮਿਲਦੀ ਹੈ? ਜਿਨ੍ਹਾਂ ਦੇ ਪੂਰਬਲੇ ਜਨਮਾਂ ਦੇ ਕੀਤੇ ਚੰਗੇ ਕਰਮ ਸਨ ਔਰ ਮੱਥੇ ਤੇ ਲੇਖ ਪਏ ਹੋਏ ਨੇ। ਉਹਨਾਂ ਨੂੰ
ਸੰਤ ਜਨਾਂ ਦੀ ਸੰਗਤ ਮਿਲਦੀ ਹੈ, ਸੰਤ ਜਨਾਂ ਦਾ ਪ੍ਰਸਾਦ ਕਿਰਪਾ ਪ੍ਰਾਪਤ ਹੁੰਦੀ ਹੈ। ਵਾਜੇ ਵਧਾਈ ਮਨ ਸ਼ਾਂਤ ਆਏ, ਮਿਲਿਆ ਪੁਰਖ ਅਪਾਰੀ। ਜਦੋਂ ਉਹਨਾਂ ਨੂੰ ਪਾਰਾਵਾਰ ਤੋਂ ਰਹਿਤ ਅਕਾਲ ਪੁਰਖ ਮਿਲ ਗਿਆ, ਫਿਰ ਉਹਨਾਂ ਦੇ ਹਿਰਦਿਆਂ 'ਚ ਵਧਾਈਆਂ ਵੱਜੀਆਂ, ਮਨ 'ਚ ਸ਼ਾਂਤੀ ਤੇ ਟਿਕਾ ਆ ਗਿਆ, ਇਕਾਗਰਤਾ ਬਣ ਗਈ, ਵਧਾਈਆਂ ਵੱਜੀਆਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਪ੍ਰਾਪਤ ਕਰਕੇ। ਬਿਨਵੰਤ ਨਾਨਕ ਸਿਮਰ ਹਰ ਹਰ, ਇੱਛਾ ਪੁੰਨੀ ਹਮਾਰੀ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਹਨ ਕਿ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਸਿਮਰ ਸਿਮਰ ਕੇ ਸਾਡੀਆਂ ਸਾਰੀਆਂ ਇੱਛਾਵਾਂ ਪੂਰਨ ਹੋ ਗਈਆਂ। ਇੱਛ ਪੁੰਨੀ ਹਮਾਰੀ, ਜਿੰਨੀਆਂ ਇੱਛਾਵਾਂ ਸਨ ਉਹ ਸਾਡੀਆਂ ਪੂਰਨ ਹੋ ਗਈਆਂ। ਉਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਕੇ, ਉਹਦਾ ਭਜਨ ਕਰਕੇ। ਸਤਿਗੁਰੂ ਜੀ ਕਿਰਪਾ ਕਰਨੇ ਪਾਵਨ ਗੁਰਬਾਣੀ ਦੀ ਵਿਚਾਰ ਸਾਡੇ ਹਿਰਦਿਆਂ 'ਚ ਵਸੇ। ਸਾਡਾ ਗਾਵਿਆ ਸੁਣਿਆ ਪਾਤਸ਼ਾਹ ਜੀ ਥਾਏ ਪਾ ਲੈਣ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਤੋਂ ਆਪਣਾ ਆਪਾ ਕੁਰਬਾਨ ਕਰਨ ਵਾਲੇ 40 ਮੁਕਤਿਆਂ ਦੀ ਸ਼ਹਾਦਤ ਨੂੰ ਕੋਟि ਕੋਟि ਪ੍ਰਣਾਮ ਹੈ, ਨਮਸਕਾਰ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।